ਗੁਰਬਾਣੀ ਦੇ ਬਚਨ ਨੇ ਬਲਵੰਡ। ਬਲਵੰਡ ਇੱਕ ਰਾਗੀ ਸਿੰਘ ਦਾ ਨਾਮ ਆ। ਇਹ ਦੋ ਭਰਾ ਸਨ, ਭਾਈ ਸੱਤਾ ਅਤੇ ਭਾਈ ਬਲਵੰਡ। ਉਹਨਾਂ ਦੀ ਇੱਕ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਉਹਨੂੰ ਕਹਿੰਦੇ ਨੇ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ। ਉਹਦੇ ਵਿੱਚ ਉਹਨਾਂ ਨੇ ਬਹੁਤ ਕੁਝ ਲਿਖਿਆ। ਇੱਕ ਗੁਰੂ ਦੇ ਪਿਆਰਿਆਂ ਨੇ ਬਚਨ ਲਿਖਿਆ, ਬਲਵੰਡ ਹੇ ਬਲਵੰਡ ਖੀਵੀ ਨੇਕ ਜਨ। ਹੇ ਬਲਵੰਡ ਖੀਵੀ, ਖੀਵੀ ਦਾ ਅਰਥ ਕੀ ਆ? ਗੁਰੂ ਅੰਗਦ ਜੀ ਦੀ ਪਤਨੀ ਮਾਤਾ ਖੀਵੀ ਜੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਬਹੁਤ ਸਾਰੇ ਨਾਮ ਨਹੀਂ ਆਏ, ਪਰ ਗੁਰੂ ਅੰਗਦ ਸਾਹਿਬ ਜੀ ਦੀ ਘਰਵਾਲੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਵਾ। ਸਾਨੂੰ ਕਈ ਵਾਰੀ ਬਹੁਤਾ ਕੁਝ ਨਹੀਂ ਪਤਾ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਿਆ ਵਾ ਅਤੇ ਕੀ ਨਹੀਂ ਲਿਖਿਆ। ਇੱਕ ਬਹੁਤ ਵੱਡਾ ਅਕਾਲੀ ਆਗੂ ਸੀ, ਉਹ TV ਦੇ ਉੱਤੇ ਲਾਈਵ ਡਿਬੇਟ ਚੱਲੇ। ਜਦੋਂ ਉਹ ਬਾਬੇ ਨੇ ਅੰਮ੍ਰਿਤ ਤਿਆਰ ਕੀਤਾ ਸੀ ਅਤੇ ਉਹ ਉੱਥੇ ਡਿਬੇਟ ਚੱਲੇ, ਵਿਚਾਰ ਚੱਲੇ, ਅਤੇ ਇੱਕ ਇਨਸਾਨ ਨੇ ਸਵਾਲ ਕੀਤਾ, ਕਹਿਣ ਲੱਗਾ ਜੀ ਤੁਹਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਤਾਂ ਹੈ ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਜਿਹਨੂੰ ਸਵਾਲ ਕੀਤਾ ਸੀ ਉਹ ਬੰਦਾ ਕਿਉਂ ਚੁੱਪ? ਵੀ ਉਹਨੇ ਵਿਚਾਰੇ ਨੇ ਕਦੀ ਪੜ੍ਹਿਆ ਹੋਵੇ ਤਾਂ ਤਾਂ ਹੀ ਪਤਾ ਹੋਣਾ ਵੀ ਕੀ ਲਿਖਿਆ ਕੀ ਨਹੀਂ। ਸੱਚਾਈ ਇਹ ਸੀ, ਨਾਮ ਖੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਲਿਖਿਆ। ਭਾਸ਼ਾ ਵਿਭਾਗ ਪੰਜਾਬ ਉਹਦਾ ਇੱਕ ਲੋਗੋ ਆ, ਉਹਦੇ ਵਿੱਚ ਲਿਖਿਆ ਹੁੰਦਾ ਵਾ ਫੈਲੇ ਵਿਦਿਆ ਚਾਨਣ ਹੋਏ। ਲੋਕ ਇਹੋ ਸਮਝਦੇ ਵੀ ਸ਼ਾਇਦ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਗੱਲ ਨਹੀਂ ਲਿਖੀ। ਇਹ ਵੈਸੇ ਇੱਕ ਕਹਾਵਤ ਆ, ਵੈਸੇ ਇੱਕ ਮੁਹਾਵਰਾ ਵਾ। ਖੀਵੀ ਗੁਰੂ ਅੰਗਦ ਸਾਹਿਬ ਜੀ ਦੀ ਪਤਨੀ ਦਾ ਨਾਮ ਆ। ਜਿਸ ਬਹੁਤੀ ਛਾਉ ਪਤਰਾਲੀ, ਜਿਸ ਮਾਤਾ ਖੀਵੀ ਜੀ ਦੀ ਪਤਰਾਲੀ ਦਾ ਅਰਥ ਹੁੰਦਾ ਜੀ ਪੱਤਰਾਂ ਵਾਲੀ ਸੰਘਣੀ। ਹੇ ਬਲਵੰਡ ਗੁਰੂ ਅੰਗਦ, ਧਿਆਨ ਨਾਲ ਸੁਣਨ ਵਾਲੇ ਬਚਨ ਆ, ਹੇ ਬਲਵੰਡ ਗੁਰੂ ਅੰਗਦ ਦੇਵ ਜੀ ਦੀ ਪਤਨੀ ਮਾਤਾ ਖੀਵੀ ਜੀ ਵੀ ਆਪਣੇ ਪਤੀ ਵਾਂਗ ਬੜੇ ਭਲੇ ਹਨ। ਮਾਤਾ ਖੀਵੀ ਜੀ ਦੀ ਛਾਂ ਬਹੁਤ ਪੱਤਰਾਂ ਵਾਲੀ ਸੰਘਣੀ ਹੈ। ਭਾਵ ਮਾਤਾ ਖੀਵੀ ਜੀ ਦੇ ਪਾਸ ਬੈਠਿਆਂ ਵੀ ਹਿਰਦੇ ਵਿੱਚ ਸ਼ਾਂਤੀ ਠੰਡ ਪੈਦਾ ਹੁੰਦੀ ਹੈ। ਗੁਰੂ ਅੰਗਦ ਸਾਹਿਬ ਜੀ ਮਹਾਰਾਜ ਤੇ ਹਨ ਹੀ ਗੁਰੂ ਨਾਨਕ ਸਾਹਿਬ ਦਾ ਰੂਪ, ਪਰ ਜਿਹੜੀ ਉਹਨਾਂ ਦੀ ਪਤਨੀ ਆ ਨਾ ਮਾਤਾ ਖੀਵੀ, ਉਹਨਾਂ ਦੇ ਕੋਲ ਬੈਠੀਏ ਤੇ ਸਕੂਨ ਮਿਲਦਾ ਵਾ, ਦਿਲ ਨੂੰ ਠੰਡ ਪੈਂਦੀ ਆ। ਜਦੋਂ ਸਾਧ ਸੰਗਤ ਜੀ ਭਾਈ ਲਹਿਣਾ ਜੀ ਗੁਰੂ ਬਣ ਕੇ, ਗੁਰੂ ਅੰਗਦ ਸਾਹਿਬ ਬਣ ਕੇ ਖਡੂਰ ਸਾਹਿਬ ਦੇ ਵਿੱਚ ਆਏ ਅਤੇ ਸਾਰੇ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ। ਮਾਤਾ ਖੀਵੀ ਜੀ ਵੀ ਆਪਣੇ ਪਤੀ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ। ਮਾਤਾ ਜੀ ਨੇ ਪੁੱਛਿਆ, ਪਤੀ ਗੁਰੂ ਜੀ ਮੇਰੇ ਵਾਸਤੇ ਕੀ ਹੁਕਮ ਆ? ਤੁਸੀਂ ਕਹਿੰਦੇ ਹੋ ਵੀ ਖਡੂਰ ਸਾਹਿਬ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨਾ, ਇੱਥੇ ਸੰਗਤਾਂ ਨੂੰ ਉਪਦੇਸ਼ ਦੇਣਾ, ਸੰਗਤਾਂ ਆਇਆ ਕਰਨਗੀਆਂ, ਅਤੇ ਇਹਦੇ ਵਿੱਚ ਮੈਂ ਕੀ ਸੇਵਾ ਕਰ ਸਕਦੀ ਹਾਂ? ਇਤਿਹਾਸ ਦੇ ਵਿੱਚ ਜ਼ਿਕਰ ਆਇਆ, ਸ਼੍ਰੀ ਗੁਰੂ ਅੰਗਦ ਸਾਹਿਬ ਜੀ ਨੇ ਇੱਕ ਲੱਕੜ ਦਾ ਕੜਛਾ, ਪੁਰਾਣੇ ਸਮੇਂ ਵਿੱਚ ਲੱਕੜ ਦੇ ਕੜਛੇ ਹੁੰਦੇ ਸੀ, ਅੱਜ ਦੇ ਸਮੇਂ ਵਿੱਚ ਵੀ ਨੇ, ਬਸ ਉਹਨਾਂ ਦਾ ਸਾਈਜ਼ ਛੋਟਾ ਹੋ ਗਿਆ ਅਤੇ ਲੱਕੜ ਦੇ ਲੋਕ ਵਰਤਦੇ ਨੇ। ਜਿਹੜੇ ਭਾਂਡਿਆਂ ਦੇ ਨਾਲ ਭੋਜਨ ਨਹੀਂ ਜੁੜਦਾ ਉਹ ਭਾਂਡੇ ਵਰਤਦੇ ਨੇ, ਨਾਲ ਨਿੱਕੀਆਂ ਨਿੱਕੀਆਂ ਲੱਕੜ ਦੀਆਂ ਕੜਛੀਆਂ ਵਰਤਦੇ। ਇਹ ਗੁਰੂ ਅੰਗਦ ਸਾਹਿਬ ਦੇ ਸਮੇਂ ਵਰਤੀਆਂ ਜਾਂਦੀਆਂ ਸੀ। ਗੁਰੂ ਉਦੋਂ ਬਾਕੀ ਧਾਤਾਂ ਦੀ ਵਰਤੋਂ ਬਹੁਤ ਘੱਟ ਹੁੰਦੀ ਸੀ। ਗੁਰੂ ਅੰਗਦ ਸਾਹਿਬ ਜੀ ਨੇ ਇੱਕ ਲੱਕੜ ਦਾ ਕੜਛਾ ਮਾਤਾ ਖੀਵੀ ਜੀ ਨੂੰ ਕਿਹਾ ਵੀ ਝੋਲੀ ਫੈਲਾਓ। ਉਹਨਾਂ ਨੇ ਝੋਲੀ ਕੀਤੀ ਅਤੇ ਗੁਰੂ ਸਾਹਿਬ ਨੇ ਉਹ ਲੱਕੜ ਦਾ ਕੜਛਾ ਉਹਨਾਂ ਦੀ ਝੋਲੀ ਵਿੱਚ ਪਾ ਦਿੱਤਾ। ਨਾਲ ਬਚਨ ਕੀਤਾ, ਖੀਵੀ ਜੀ
ਤੁਹਾਡੀ ਡਿਊਟੀ ਅੱਜ ਤੋਂ ਬਾਅਦ ਗੁਰੂ ਕੇ ਲੰਗਰ ਦੀ ਆ। ਅਸੀਂ ਡਿਊਟੀ ਸ਼ਬਦ ਵਰਤ ਲੈਂਦੇ ਹਾਂ, ਲੇਟੈਸਟ ਲੈਂਗੁਏਜ ਦੇ ਵਿੱਚ ਚੇਂਜ ਹੁੰਦਾ ਰਹਿੰਦਾ ਸਮੇਂ-ਸਮੇਂ 'ਤੇ। ਤੁਹਾਡੀ ਜ਼ਿੰਮੇਵਾਰੀ ਗੁਰੂ ਕੇ ਸਿੱਖਾਂ ਨੂੰ ਲੰਗਰ ਛਕਾਉਣ ਦੀ ਆ। ਵੀ ਅਸੀਂ ਸਵੇਰੇ ਉੱਠਣਾ ਅੰਮ੍ਰਿਤ ਵੇਲੇ ਤੇ ਗੁਰਬਾਣੀ ਦਾ ਵਿਚਾਰ ਹੋਣਾ, ਕਥਾ ਵਿਚਾਰ ਹੋਣੀ, ਸੰਗਤਾਂ ਨੇ ਕਥਾ ਪ੍ਰਚਾਰ ਸੁਣਨਾ। ਕਈ ਸਿੱਖ ਸੇਵਕ ਦੂਰੋਂ ਦੂਰੋਂ ਆਏ ਹੋਣਗੇ। ਜਦੋਂ ਉਹ ਸਾਰੇ ਸਿੱਖ ਸੰਗਤਾਂ ਕਥਾ ਵਿਚਾਰ ਸੁਣ ਕੇ ਅੰਮ੍ਰਿਤ ਵੇਲੇ ਦੇ ਉੱਠੇ ਹੋਏ ਤੇ ਜਦੋਂ ਗੁਰਦੁਆਰਾ ਸਾਹਿਬ ਦਰਬਾਰ ਤੋਂ ਬਾਹਰ ਜਾਣਗੇ, ਉਹਨਾਂ ਨੂੰ ਕੁਝ ਛਕਣ ਵਾਸਤੇ ਵੀ ਚਾਹੀਦਾ ਕਿ ਨਹੀਂ? ਭੂਖੇ ਭਗਤ ਨਾ ਕੀਜੈ, ਜੈ ਮਾਲਾ ਆਪਣੀ ਲੀਜੈ, ਰਹੋ ਵਿਚਾਰ। ਤਾਂ ਕਰਕੇ ਮਾਤਾ ਖੀਵੀ ਜੀ ਨੂੰ ਬਚਨ ਹੋਇਆ ਵੀ ਤੁਹਾਡੀ ਡਿਊਟੀ ਹੈ ਲੰਗਰ ਦੀ। ਤੇ ਅੱਜ ਵੀ ਕਿਧਰੇ ਹੋ ਸਕਦਾ ਤੁਹਾਡੇ 'ਚੋਂ ਕਿਸੇ ਵਿਰਲੇ ਨੇ ਖਡੂਰ ਸਾਹਿਬ ਦੇ ਦਰਸ਼ਨ ਕੀਤੇ ਹੋਣ, ਕਈਆਂ ਨੇ ਨਹੀਂ ਕੀਤੇ। ਕੋਸ਼ਿਸ਼ ਕਰਿਆ ਕਰੋ, ਹੌਲੀ ਹੌਲੀ ਕਰਕੇ ਮਾਹੌਲ ਸਾਰਾ ਸੈਟਲ ਹੋ ਜਾਏਗਾ। ਵੈਸੇ ਤਾਂ ਕੇਸਾਂ ਦੇ ਵਿੱਚ ਇੰਡੀਆ ਹੌਲੀ ਹੌਲੀ ਸਾਰਿਆਂ ਤੋਂ ਅੱਗੇ ਲੰਘਦਾ ਜਾ ਰਿਹਾ। ਇਟਲੀ ਤੋਂ ਵੀ ਅੱਗੇ ਲੰਘ ਗਏ ਅਸੀਂ ਹੁਣ ਕੇਸਾਂ ਦੇ ਵਿੱਚ, ਇੰਨਾ ਜ਼ਿਆਦਾ ਵਾਇਰਸ ਫੈਲ ਰਿਹਾ। ਚਲੋ ਉਹ ਮਹਾਰਾਜ ਦੀ ਮਰਜ਼ੀ ਵੀ ਕੀ ਹੋਣਾ ਕੀ ਨਹੀਂ। ਹੌਲੀ ਹੌਲੀ ਮਾਹੌਲ ਠੀਕ ਹੋ ਜਾਏਗਾ। ਅਜੇ ਤੱਕ ਬੱਸਾਂ ਵੀ ਨਹੀਂ ਚੱਲੀਆਂ, ਆਵਾਜਾਈ ਦੇ ਸਾਧਨ ਵੀ ਪੂਰੇ ਨਹੀਂ ਉਹ ਚੱਲੇ। ਕਿਧਰੇ ਮੌਕਾ ਮਿਲੇ ਤੁਹਾਨੂੰ ਖਡੂਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਦਾ, ਉੱਥੇ ਵੇਖ ਕੇ ਆਇਓ। ਸਾਰਾ ਕੁਝ ਅਜਾਇਬ ਘਰ ਵੀ ਬਣਿਆ ਵਾ ਤੇ ਬੱਚਿਆਂ ਨੂੰ ਵੀ ਇਸ ਤਰ੍ਹਾਂ ਦਰਸ਼ਨ ਦਿਦਾਰੇ ਕਰਵਾ ਕੇ ਲਿਆਇਆ ਕਰੋ। ਤੇ ਮੈਂ ਤਾਂ ਸੋਚਦਾ ਸੀ ਵੀ ਜਿਵੇਂ ਮੇਰਾ ਇਲਾਕਾ ਹੀ ਉਹ ਆ ਵੀ ਇੱਥੋਂ 3-4 ਜਣਿਆਂ ਨੂੰ ਨਾਲ ਲੈ ਗਏ, ਜਦੋਂ ਪਿੰਡ ਕਿਧਰੇ ਛੁੱਟੀ ਜਾਈਦਾ ਵਾ ਤੇ ਦਰਸ਼ਨ ਦਿਦਾਰੇ ਕਰਵਾ ਕੇ 2-4 ਦਿਨਾਂ ਬਾਅਦ ਫਿਰ ਵਾਪਸ ਲੈ ਆਂਦਾ। ਪਰ ਉਹ ਗੱਡੀ ਦੇ ਵਿੱਚ ਵੀ ਅੱਜ ਕੱਲ੍ਹ ਕਹਿੰਦੇ ਵੀ ਜ਼ਿਆਦਾ ਲੋਕ ਨਾ ਬੈਠੋ, ਰਹੋ ਵਿਚਾਰ। ਅੱਛਾ, ਜਿਹੜੇ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਵੀ ਜਦੋਂ ਸਿੱਖ ਸੰਗਤਾਂ ਨਾਮ ਜਪ ਕੇ ਬਾਣੀ ਪੜ੍ਹ ਕੇ ਜਦੋਂ ਧਰਮਸ਼ਾਲਾ ਦੇ ਵਿੱਚੋਂ ਬਾਹਰ ਆਉਣ, ਉਹਨਾਂ ਦੇ ਵਾਸਤੇ ਤੁਸੀਂ ਸੋਹਣਾ ਅਤੇ ਸਵਾਦਲਾ ਲੰਗਰ ਤਿਆਰ ਕਰਨਾ। ਇਹ ਲਿਖਿਆ ਗੁਰੂ ਗ੍ਰੰਥ ਸਾਹਿਬ 'ਚ। ਅਗਲਾ ਬਚਨ ਆ, ਲੰਗਰ ਦੌਲਤ ਵੰਡੀਐ, ਰਸ ਅੰਮ੍ਰਿਤ ਖੀਰ ਘਿਆਲੀ। ਲੰਗਰ ਰਾਰੇ ਨੂੰ ਸਿਹਾਰੀ, ਲੰਗਰ ਦੇ ਵਿੱਚ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ। ਘਿਆਲੀ ਦਾ ਅਰਥ ਕੀ ਹੁੰਦਾ ਵਾ? ਘਿਓ ਵਾਲੀ। ਜਿਵੇਂ ਗੁਰੂ ਅੰਗਦ ਦੇਵ ਜੀ ਦੇ ਸਤ ਸੰਗ ਰੂਪ ਲੰਗਰ ਵਿੱਚ ਨਾਮ ਦੀ ਦੌਲਤ ਵੰਡੀ ਜਾ ਰਹੀ ਆ, ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਵੰਡਿਆ ਜਾ ਰਿਹਾ ਹੈ, ਤਿਵੇਂ ਮਾਤਾ ਖੀਵੀ ਜੀ ਦੀ, ਮੈਂ ਤੁਹਾਨੂੰ ਉਤੋਂ ਪੜ੍ਹ ਕੇ ਸੁਣਾ ਰਿਹਾ ਆਪਣੇ ਕੋਲੋਂ ਨਹੀਂ, ਤਿਵੇਂ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿੱਚ ਸਭ ਨੂੰ ਘਿਓ ਵਾਲੀ ਖੀਰ ਵੰਡੀ ਜਾ ਰਹੀ ਆ। ਗੁਰੂ ਅੰਗਦ ਸਾਹਿਬ ਜੀ ਸ਼ਬਦ ਦਾ ਲੰਗਰ ਵੰਡਦੇ ਨੇ, ਕਥਾ ਵਿਚਾਰ ਸੁਣਾਉਂਦੇ ਨੇ, ਤੇ ਉਹਨਾਂ ਦੀ ਪਤਨੀ ਮਾਤਾ ਖੀਵੀ ਉਹ ਗੁਰੂ ਦੇ ਸਿੱਖਾਂ ਦੇ ਵਾਸਤੇ ਬਹੁਤ ਵਧੀਆ, ਬੜੇ ਪਿਆਰ ਨਾਲ, ਚੰਗੇ ਸੋਹਣੇ ਸਟੈਂਡਰਡ ਦਾ ਲੰਗਰ ਤਿਆਰ ਕਰਦੇ ਨੇ, ਦੇਸੀ ਘਿਓ ਵਾਲੀ ਖੀਰ ਤਿਆਰ ਕਰਦੇ ਨੇ। ਉਹ ਤਾਂ ਸਾਡੇ ਵਿੱਚ ਐਵੇਂ ਧਾਰਨਾਵਾਂ ਚੱਲ ਪਈਆਂ, ਜੇ ਕਿਤੇ ਪ੍ਰਸ਼ਾਦੇ ਪਕਾਉਂਦਿਆਂ ਲੋਹ ਦਾ ਪ੍ਰਸ਼ਾਦਾ ਸੜ ਜਾਵੇ ਤੇ ਅਸੀਂ ਕਹਿੰਦੇ ਹਾਂ ਨਹੀਂ ਜੀ ਇਹ ਤਾਂ ਗੁਰੂ ਘਰ ਦਾ ਪ੍ਰਸ਼ਾਦਾ ਜੀ, ਇਹਦੇ 'ਚ ਨੁਕਸ ਨਹੀਂ ਕੱਢੀਦਾ ਜੀ, ਚੁੱਪ ਕਰਕੇ ਖਾ ਲਓ। ਉਹ ਭਲਿਓ ਕਿਤੇ ਪੜ੍ਹ ਕੇ ਵੇਖੋ ਇਤਿਹਾਸ, ਸੂਰਜ ਪ੍ਰਕਾਸ਼ ਉਹਦੀ ਖੈਰ ਆਪਾਂ ਕਥਾ ਨਹੀਂ ਕਰਦੇ, ਪਰ ਮੈਂ ਪਹਿਲਾਂ ਪਿਛਲੇ ਸਾਲਾਂ ਵਿੱਚ ਕਰ ਚੁੱਕਿਆ 2 ਵਾਰੀ। ਉਹਦੇ ਵਿੱਚ ਇਕੱਲੀ ਚੀਜ਼ ਦੇ ਲਿਖਿਆ ਹੁੰਦਾ ਵਾ ਵੀ ਗੁਰੂ ਕੇ ਲੰਗਰ ਵਿੱਚ ਕੀ ਕੁਝ ਬਣਦਾ ਸੀ, ਕਿੰਨੇ ਵਧੀਆ ਤਰੀਕੇ ਨਾਲ ਅਤੇ ਪਿਆਰ ਦੇ ਨਾਲ ਬਣਦਾ ਸੀ। ਮਾਤਾ ਖੀਵੀ ਜੀ ਦੇਸੀ ਘਿਓ ਵਾਲੀ ਖੀਰ ਅਤੇ ਬਹੁਤ ਸੋਹਣਾ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਸੀ। ਤੁਸੀਂ ਪੁੱਛੋਗੇ ਵੀ ਸੀ ਇਹਦਾ ਭਾਵੇਂ ਹੁਣ ਬੰਦ ਹੋ ਗਿਆ, ਹੁਣ ਖਤਮ ਹੋ ਗਿਆ ਵਾ, ਹੁਣ ਨਹੀਂ ਦੇਸੀ ਘਿਓ ਵਾਲੀ ਖੀਰ ਬਣਦੀ। ਸਾਧ ਸੰਗਤ ਜੀ, ਮਹਾਂਪੁਰਸ਼ ਬਾਬਾ ਸੇਵਾ ਸਿੰਘ ਜੀ, ਕਾਰ ਸੇਵਾ ਖਡੂਰ ਸਾਹਿਬ ਵਾਲੇ, ਉਹਨਾਂ ਦੇ ਕੋਲ ਮੈਨੂੰ ਉੱਥੇ 6 ਸਾਲ ਰਹਿ ਕੇ ਕਥਾ ਕਰਨ ਦਾ ਮੌਕਾ ਮਿਲਿਆ। ਸਵੇਰ ਸ਼ਾਮ ਬਸ ਮੈਂ ਕਥਾ ਹੀ ਕਰਨੀ ਹੁੰਦੀ ਸੀ, ਸਾਰਾ ਦਿਨ ਕਥਾ ਪੜ੍ਹਨੀ ਤੇ ਫਿਰ ਕਰਨੀ। ਤੇ ਬਾਬਾ ਜੀ ਨੇ ਇੱਕ ਉਦਮ ਕੀਤਾ ਵੀ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਆ, ਇਹ ਥੋੜ੍ਹੀ ਵੀ ਲਿਖੀ ਰਹਿ ਜਾਏ। ਜਿਹੜੀਆਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਆਉਣੀਆਂ, ਗੁਰੂ ਅੰਗਦ ਸਾਹਿਬ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਸੰਨ 2004 ਦੇ ਵਿੱਚ, ਅੱਜ ਤੋਂ ਲਗਭਗ ਸਾਧ ਸੰਗਤ ਜੀ ਵੇਖੋ ਕਿੰਨੇ ਸਾਲ ਪਹਿਲਾਂ, 2004 ਭਾਵ 16 ਕੁ ਸਾਲ ਪਹਿਲਾਂ ਮਨਾਇਆ ਗਿਆ ਸੀ।
ਉਦੋਂ ਉੱਥੇ ਮੈਂ ਸੇਵਾ ਕਰਦਾ ਸਾਂ। ਬਾਬਾ ਜੀ ਨੇ ਸੋਚਿਆ ਵੀ ਸੰਗਤਾਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆਉਣਾ, ਕਿਤੇ ਇਹ ਨਾ ਹੋਵੇ ਵੀ ਲੋਕੀ ਕਹਿਣ ਵੀ ਵੈਸੇ ਤਾਂ ਲਿਖਿਆ ਜੀ ਉਹ ਰੋਜ਼ ਦੇਸੀ ਘਿਓ ਵਾਲੀ ਖੀਰ ਵਰਤਦੀ ਸੀ, ਪਰ ਇੱਥੇ ਤਾਂ ਹੈ ਹੀ ਨਹੀਂ। ਬਾਬਾ ਜੀ ਨੇ ਸੋਚਿਆ ਵੀ ਅਸੀਂ ਉਹ ਕਾਰਜ ਸ਼ੁਰੂ ਕਰਾਂਗੇ ਅਤੇ ਰਹਿੰਦੀ ਦੁਨੀਆ ਤੱਕ ਖਡੂਰ ਸਾਹਿਬ ਦੇ ਵਿੱਚ ਉਹ ਦੇਸੀ ਘਿਓ ਵਾਲੀ ਖੀਰ ਮਾਤਾ ਖੀਵੀ ਜੀ ਨੂੰ ਯਾਦ ਰੱਖਦਿਆਂ ਹੋਇਆਂ ਇਹ ਲੰਗਰ ਚੱਲਦਾ ਰਹੇਗਾ। ਪਰ ਇਹ ਅਰੇਂਜ ਹੋਵੇ ਕਿਵੇਂ? ਹੁਣ ਇੰਨੀਆਂ ਜ਼ਿਆਦੀਆਂ ਸੈਂਕੜੇ ਦਾ ਭਾਵ ਹੁੰਦਾ 100। ਇਹ ਮੈਂ ਤਾਂ ਅਰਥ ਦੱਸਦਾ ਵੀ ਮੈਨੂੰ ਪਹਿਲਾਂ ਪਤਾ ਨਹੀਂ ਸੀ ਹੁੰਦਾ ਵੀ ਸੈਂਕੜੇ ਦਾ ਮਤਲਬ ਕੀ ਹੁੰਦਾ। ਸੈਂਕੜੇ ਦਾ ਭਾਵ 100, 100 ਦੇ ਹਿਸਾਬ ਨਾਲ, ਹਜ਼ਾਰਾਂ ਦੇ ਹਿਸਾਬ ਨਾਲ ਸੰਗਤ ਆਉਣੀ ਆ। ਅਤੇ ਇੰਨੀ ਸੰਗਤ ਨੂੰ ਹਰ ਰੋਜ਼ ਦੇਸੀ ਘਿਓ ਵਾਲੀ ਖੀਰ ਖਵਾਈਏ ਕਿੱਥੋਂ? ਫਿਰ ਉੱਥੇ ਇੱਕ ਬਹੁਤ ਵੱਡੇ ਪੱਧਰ ਦੀ ਮੀਟਿੰਗ ਹੋਈ, ਫਿਰ ਸਲਾਹ ਮਸ਼ਵਰਾ ਹੋਇਆ ਵੀ ਇਹ ਸੇਵਾ ਕਰਨੀ ਵੀ ਆ, ਚਲਾਉਣੀ ਵੀ ਰੋਜ਼ ਆ। ਜਿਵੇਂ ਇੱਥੇ ਤਾਂ ਚਲੋ ਗੁਰੂ ਸਾਹਿਬ ਦੀ ਕਿਰਪਾ ਵਾ, ਜਿਵੇਂ ਆਪਾਂ ਇੱਥੇ ਰੋਜ਼ ਹੀ ਵੇਖੋ ਕੜਾਹ ਪ੍ਰਸ਼ਾਦ ਦੀ ਦੇਗ ਬਣਦੀ ਆ, ਕੁਝ ਕੁ ਘਿਓ ਜਿਹੜਾ ਆਪਾਂ ਨੂੰ ਬੰਗੇ ਤੋਂ ਆ ਜਾਂਦੀ ਰਸਦ ਵਜ, ਕੁਝ ਕੁ ਤੁਸੀਂ ਲੈ ਆਉਂਦੇ ਹੋ। ਤੁਹਾਨੂੰ ਪਤਾ ਕਈ ਗੁਰਦੁਆਰਿਆਂ ਵਿੱਚ ਕੜਾਹ ਪ੍ਰਸ਼ਾਦ ਸਿਰਫ ਸੰਗਰਾਂਦ ਵਾਲੇ ਦਿਨ ਬਣਦਾ, ਜਾਂ ਸਿਰਫ ਲੋਕ ਐਤਵਾਰ ਬਣਾਉਂਦੇ ਆ। ਹੁਣ ਦੇਸੀ ਘਿਓ ਵਾਲੀ ਖੀਰ ਰੋਜ਼ ਹੀ ਬਣੇ ਕਿਵੇਂ? ਇਹਦੇ 'ਤੇ ਫਿਰ ਵਿਚਾਰ ਵਟਾਂਦਰਾ ਹੋਇਆ। ਵਿਚਾਰ ਇਹ ਬਣੀ ਵੀ ਖਡੂਰ ਸਾਹਿਬ ਦੇ ਲਾਗੇ ਆਲੇ ਦੁਆਲੇ ਜਿਹੜੇ ਪਿੰਡ ਆ ਨਾ, ਉਹਨਾਂ ਸਾਰੇ ਪਿੰਡਾਂ ਦੀਆਂ ਡਿਊਟੀਆਂ ਲਾ ਦਿਓ। ਫਿਰ ਸਾਰੇ ਪਿੰਡਾਂ ਦੇ ਵਿੱਚੋਂ ਕੁਝ ਮੋਹਤਬਰ ਬੰਦੇ ਉਹਨਾਂ ਨੂੰ ਸੱਦਿਆ ਗਿਆ, ਸੰਗਤਾਂ ਨੂੰ ਸਮਝਾਇਆ ਗਿਆ ਵੀ ਭਾਈ ਆਪਾਂ ਇੱਥੇ ਇੰਨੇ ਵੱਡੇ ਪੱਧਰ ਦਾ ਲੰਗਰ ਚਲਾਉਣਾ, ਤੁਹਾਡੀ ਕੀ ਸਲਾਹ? ਜਿਹੜੇ ਪਿੰਡ ਸੀ ਛੋਟੇ, ਉਹ ਪਿੰਡ 2-2 3-3 ਪਿੰਡ ਇਕੱਠੇ ਕਰ ਦਿੱਤੇ। ਅਤੇ ਫਿਰ ਅੱਜ ਵੀ ਤੁਸੀਂ ਜਾ ਕੇ ਵੇਖ ਸਕਦੇ ਹੋ ਦਰਬਾਰ ਸਾਹਿਬ ਸ਼੍ਰੀ ਖਡੂਰ ਸਾਹਿਬ, ਅਤੇ ਉੱਥੇ ਹੀ ਇੱਕ ਮਾਤਾ ਖੀਵੀ ਲੰਗਰ ਹਾਲ ਬਹੁਤ ਵੱਡਾ, ਉਹਦੇ ਅਗਲੇ ਪਾਸੇ ਇੱਕ ਲਿਸਟ ਲੱਗੀ ਆ, ਉਹਦੇ ਅਗਲੇ ਪਾਸੇ ਇੱਕ ਲਿਸਟ ਲੱਗੀ ਆ। ਉਸ ਲਿਸਟ ਦੇ ਉੱਤੇ ਕੀ ਲਿਖਿਆ ਵਾ? ਤਰੀਕਾਂ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਉੱਥੇ ਕੰਟੀਨਿਊ ਇਸ ਤਰ੍ਹਾਂ ਸਾਰੀਆਂ ਤਰੀਕਾਂ ਲਿਖੀਆਂ ਹੋਈਆਂ। ਫਿਰ ਉਹਨਾਂ ਤਰੀਕਾਂ ਦੇ ਸਾਹਮਣੇ ਪਿੰਡਾਂ ਦੇ ਨਾਮ ਲਿਖੇ ਨੇ ਵੀ ਜਿਵੇਂ ਅੱਜ ਕਹਿ ਲਓ ਵੀ 10 ਤਰੀਕ ਆ, ਅੱਜ 10 ਤਰੀਕ ਨੂੰ ਦੇਸੀ ਘਿਓ ਵਾਲੀ ਖੀਰ ਅਤੇ ਮਾਤਾ ਖੀਵੀ ਜੀ ਵਾਲਾ ਉਹ ਲੰਗਰ ਤਿਆਰ ਕਰਨ ਦੀ ਜ਼ਿੰਮੇਵਾਰੀ ਕਿੰਨਾਂ ਪਿੰਡਾਂ ਦੀ ਆ? ਉਹ 2 ਜਾਂ 3 ਪਿੰਡਾਂ ਦੇ ਨਾਮ 10 ਤਰੀਕ ਦੇ ਸਾਹਮਣੇ ਇਸ ਤਰ੍ਹਾਂ ਲਿਖੇ ਹੁੰਦੇ ਨੇ। ਕਈ ਪਿੰਡ ਵਾਲਿਆਂ ਨੇ ਕਿਹਾ ਜੀ ਨਹੀਂ, ਅਸੀਂ ਤਾਂ ਗੁਰੂ ਦੀ ਕਿਰਪਾ ਵਾ, ਸਾਡੇ ਪਿੰਡ ਵਿੱਚ ਬਥੇਰਾ ਲੰਗਰ ਪਾਣੀ ਰੱਬ ਦੀਆਂ ਦਿੱਤੀਆਂ ਦਾਤਾਂ, ਦੁੱਧ ਘਿਓ ਕਿਸੇ ਚੀਜ਼ ਦੀ ਕਮੀ ਨਹੀਂ, ਅਸੀਂ ਨਹੀਂ ਕਿਸੇ ਹੋਰ ਪਿੰਡ ਦੀ ਮਦਦ ਲੈਣੀ, ਅਸੀਂ ਇਕੱਲੇ ਹੀ ਸੇਵਾ ਕਰਾਂਗੇ। ਉਸ ਇਕੱਲੇ ਪਿੰਡ ਦਾ ਨਾਮ ਲਿਖ ਦਿੱਤਾ। ਅਤੇ ਜੇ ਵੇਖਿਆ ਵੀ ਕੋਈ ਕੰਮ ਜ਼ਿਆਦਾ ਹੀ ਢਿੱਲਾ, ਫਿਰ ਉਹਨਾਂ ਦਾ ਨਾਮ 31 ਤਰੀਕ 'ਚ ਲਿਖ ਲਿਆ। 31 ਤਰੀਕ ਹਰ ਮਹੀਨੇ ਨਹੀਂ ਨਾ ਆਉਂਦੀ, ਉਹ ਤਾਂ ਕਦੇ ਕਦੇ ਆਉਂਦੀ ਆ, ਤਾਂ ਕਈਆਂ ਦਾ ਨਾਮ ਉਹਦੇ ਵਿੱਚ ਵੀ ਲਿਖਿਆ। ਤੋ ਇਸ ਤਰੀਕੇ ਦੇ ਨਾਲ ਸਾਧ ਸੰਗਤ ਜੀ ਉੱਥੇ ਅੱਜ ਵੀ ਇਹ ਸੇਵਾ ਚੱਲਦੀ ਪਈ ਆ। ਜਿਹੜੇ ਹੁੰਦੇ ਨੇ ਨਾ ਗੁਰਦੁਆਰਾ, ਜਿਹੜਾ ਗੁਰਦੁਆਰਾ ਵਾ, ਇਹਦਾ ਮਤਲਬ ਕੀ? ਸਾਨੂੰ ਲੋਕਾਂ ਨੂੰ ਗੁਰਦੁਆਰੇ ਦੀ ਡੈਫੀਨੇਸ਼ਨ ਹੀ ਨਹੀਂ ਪਤਾ। ਸਾਨੂੰ ਇਹੀ ਨਹੀਂ ਪਤਾ ਵੀ ਅਸੀਂ ਸਿਰਫ ਬਸ ਰੌਲਾ ਰੱਪਾ ਪਾਉਣ ਵਾਲੇ, ਇਹ ਕੀ ਹੋ ਗਿਆ ਜੀ, ਪਤਾ ਸਾਨੂੰ ਕਿਸੇ ਗੱਲ ਦਾ ਨਹੀਂ। ਇਹਨਾਂ ਦੀ ਪਰਿਭਾਸ਼ਾ ਕੀ ਹੁੰਦੀ? ਜੇ ਕੋਈ ਪੁੱਛ ਲਵੇ ਵੀ ਭਾਈ ਫਲਾਨਾ ਸਿਆਂ ਤੇਰੀ ਇੰਨੀ ਉਮਰ ਲੰਘ ਗਈ ਆ, ਤੈਨੂੰ ਗੁਰਦੁਆਰੇ ਆਉਂਦਿਆਂ 50 ਸਾਲ ਹੋ ਗਏ, 30 ਸਾਲ ਹੋ ਗਏ ਆ, ਤੂੰ ਦੱਸ ਵੀ ਇਹ ਨਿਸ਼ਾਨ ਸਾਹਿਬ ਕੀ ਹੁੰਦਾ? ਇਹ ਨਿਸ਼ਾਨ ਸਾਹਿਬ ਬਾਰੇ 10 ਬੱਚਿਆਂ ਨੂੰ ਕੋਈ 20 ਮਿੰਟ, ਕੋਈ ਅੱਧਾ ਘੰਟਾ ਨਿਸ਼ਾਨ ਸਾਹਿਬ ਦੀ ਗੱਲ ਸੁਣਾ, ਕੀ ਅਸੀਂ ਦੱਸ ਸਕਦੇ ਹਾਂ? ਨਹੀਂ ਦੱਸ ਸਕਦੇ। ਕਾਰਨ ਕੀ? ਅਸੀਂ ਕਦੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਨਿਸ਼ਾਨ ਸਾਹਿਬ ਕਾਹਦੇ ਵਾਸਤੇ ਲੱਗਾ ਹੁੰਦਾ ਗੁਰਦੁਆਰੇ ਦੇ ਵਿੱਚ? ਇੱਥੇ ਤੁਹਾਡੇ ਨਵਾਂ ਸ਼ਹਿਰ ਵਿੱਚ ਕਈ ਲੋਕ ਨਵੇਂ ਆਣ ਕੇ ਵੱਸਦੇ, ਆਲੇ ਦੁਆਲੇ ਪਿੰਡਾਂ ਦੇ ਵਿੱਚ, ਕਿਤੇ ਦੂਰੋਂ ਮੂਵ ਹੋ ਕੇ ਆਉਂਦੇ ਨੇ। ਇੱਕ ਬੀਬੀ ਨੇ ਕੱਲ੍ਹ ਪਰਸੋਂ ਦੱਸਿਆ, ਕਹਿੰਦੀ ਵੀ ਮੈਂ ਜਦੋਂ ਇੱਥੇ ਆਈ ਇਸ ਪਿੰਡ ਵਿੱਚ, ਨਵਾਂ ਆਪਣਾ ਪਰਿਵਾਰ ਅਸੀਂ ਇਸ ਸ਼ਹਿਰ 'ਚ ਰਹਿਣ ਵਾਸਤੇ ਆਏ, ਫਿਰ ਮੈਂ ਸੋਚਾਂ ਵੀ ਹੁਣ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਵੀ ਕਰਨੇ ਹੁੰਦੇ ਨੇ। ਅਸੀਂ ਆਪਣੇ ਪਿੰਡ 'ਤੇ ਰੋਜ਼ ਹੀ ਗੁਰੂ ਸਾਹਿਬ ਦੇ ਦਰਸ਼ਨ ਦਿਦਾਰੇ ਕਰਦੇ ਸਾਂ, ਅਤੇ ਹੁਣ ਇੱਥੇ ਫਿਰ ਮੈਂ ਗੁਰਦੁਆਰਾ ਸਾਹਿਬ ਲੱਭਾਂ ਵੀ ਗੁਰਦੁਆਰਾ ਸਾਹਿਬ ਕਿੱਥੇ ਹੋਵੇ। ਫਿਰ ਉਹ ਕਹਿੰਦੀ ਵੀ ਮੈਂ ਆਲੇ ਦੁਆਲੇ ਆਪਣੇ ਕੋਠੇ 'ਤੇ ਚੜ੍ਹ ਕੇ ਨਜ਼ਰ ਮਾਰੀ,
ਵੀ ਜਿਹੜੇ ਪਾਸੇ ਮੈਨੂੰ ਨਿਸ਼ਾਨ ਸਾਹਿਬ ਦਿਸੇਗਾ ਇਟ ਮੀਨਸ ਉਹ ਗੁਰਦੁਆਰਾ ਵਾ। ਤੇ ਜਦੋਂ ਮੈਂ ਆਲੇ ਦੁਆਲੇ ਨਜ਼ਰ ਮਾਰੀ ਮੈਨੂੰ ਫਿਰ ਤੁਹਾਡੇ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਦਿਸ ਪਿਆ। ਫਿਰ ਉਦੋਂ ਤੋਂ ਲੈ ਕੇ ਕਹਿੰਦੀ ਵੀ ਅੱਜ ਮੈਨੂੰ ਕਿੰਨੇ ਸਾਲ ਹੋ ਗਏ, 15-20 ਸਾਲ ਹੋ ਗਏ ਆ, ਮੇਰੀ ਰੂਟੀਨ ਆ ਵੀ ਰੋਜ਼ ਹੀ ਗੁਰਦੁਆਰਾ ਸਾਹਿਬ ਵਿਖੇ ਆਣ ਕੇ ਨਮਸਕਾਰ ਕਰਨੀ, ਮੱਥਾ ਟੇਕਣਾ। ਉਹਨੂੰ ਕਿੱਦਾਂ ਪਤਾ ਲੱਗਿਆ ਗੁਰਦੁਆਰਾ? ਕਿਉਂਕਿ ਇੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਵਾ। ਨਿਸ਼ਾਨ ਸਾਹਿਬ ਵੀ ਇੱਕ ਨਹੀਂ, ਇੱਥੇ 2 ਲੱਗੇ ਹੋਏ ਨੇ। 2 ਕਿਉਂ ਲੱਗੇ ਆ? ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ, ਹਿੰਮਤ ਬਾਹੀ ਕੋਟਗੜ੍ਹ ਦਰਵਾਜ਼ਾ ਬਲਖ ਬੁਖੀਰ ਦੀ, ਪੱਗ ਤੇਰੀ ਕੇ ਜਹਾਂਗੀਰ ਦੀ। ਤਾਂ ਕਰਕੇ ਲੱਗੇ ਆ। ਇਹਦਾ ਅਰਥ ਆ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ 'ਚ ਲੱਗੇ ਆ। ਉਹ 2 ਤਲਵਾਰਾਂ ਪਾਉਂਦੇ ਸੀ ਤਾਂ ਕਰਕੇ ਲੱਗੇ ਆ। ਨਿਸ਼ਾਨ ਸਾਹਿਬ ਦਾ ਮਤਲਬ ਇਹ ਹੁੰਦਾ, ਅਗਰ ਕੋਈ ਬੰਦਾ ਪਰਦੇਸੀ ਆ, ਕਿਸੇ ਬੰਦੇ ਨੂੰ ਲੇਟ ਹੋ ਗਿਆ, ਕੋਈ ਬੰਦਾ ਉਹ ਕਿਧਰੇ ਦੂਰੋਂ ਆਇਆ ਅਤੇ ਉਹਦੇ ਕੋਲ ਪੈਸੇ ਵੀ ਹੈ ਨਹੀਂ ਆ ਵੀ ਕਿਸੇ ਹੋਟਲ ਇਤਿਆਦਿਕ ਦੇ ਵਿੱਚ ਕਮਰਾ ਲੈ ਕੇ ਅਤੇ ਉੱਥੇ ਰਾਤ ਰਹਿ ਸਕੇ। ਉਹ ਬੰਦਾ ਆਲੇ ਦੁਆਲੇ ਨਜ਼ਰ ਮਾਰੇ, ਜਿੱਥੇ ਨਿਸ਼ਾਨ ਸਾਹਿਬ ਲੱਗਾ ਹੋਵੇ ਉਧਰ ਨੂੰ ਮੂੰਹ ਕਰਕੇ ਆ ਜਾਵੇ, ਉਹਨੂੰ ਰਾਤ ਨੂੰ ਰਹਿਣ ਵਾਸਤੇ ਉੱਥੇ ਥਾਂ ਮਿਲ ਜਾਏਗੀ। ਗੁਰਦੁਆਰੇ ਦਾ ਮਤਲਬ ਇਹ ਹੁੰਦਾ। ਸਾਨੂੰ ਸਾਰਿਆਂ ਦਾ ਇਹ ਸੋਚਣਾ ਬਣਦਾ ਵੀ ਕੀ ਸਾਡੇ ਕੋਲ ਇਸ ਤਰ੍ਹਾਂ ਦਾ ਅਰੇਂਜ ਹੁੰਦਾ ਵੀ ਅਗਰ ਕੋਈ 2-4 ਜਣੇ ਕੋਈ ਆ ਜਾਣ ਅਤੇ ਆਣ ਕੇ ਬੂਹੇ ਅੱਗੇ ਬੇਨਤੀ ਕਰਨ ਵੀ ਭਾਈ ਸਾਹਿਬ ਅਸੀਂ ਰਾਤ ਰਹਿਣਾ ਚਾਹੁੰਦੇ ਹਾਂ ਅਤੇ ਤੁਹਾਡੇ ਕੋਲ ਥਾਂ ਹੈਗੀ ਆ? ਸਾਡੇ ਕੋਲ ਨਹੀਂ ਥਾਂ ਹੁੰਦੀ, ਅਸੀਂ ਲੋਕਾਂ ਨੇ ਨਹੀਂ ਅਰੇਂਜ ਕੀਤਾ ਹੁੰਦਾ। ਇਹ ਸਾਡੀਆਂ ਕਮੀਆਂ ਨੇ, ਸਿਰਫ ਇੱਥੋਂ ਦੀਆਂ ਨਹੀਂ, ਵੱਡੇ ਵੱਡੇ ਅਸਥਾਨਾਂ ਦੀਆਂ, ਅਨੇਕਾਂ ਗੁਰਦੁਆਰੇ ਦੀਆਂ। ਪਿਛਲੇ ਸਮੇਂ ਵਿੱਚ ਮੈਨੂੰ ਇੱਕ ਮੈਸੇਜ ਆਇਆ ਸੀ ਵੀ ਭਾਈ ਸਾਹਿਬ ਤੁਸੀਂ ਹਰ ਮਹੀਨੇ ਇੱਕ ਸਿੱਖ ਫੁਲਵਾੜੀ ਮੈਗਜ਼ੀਨ ਵਿੱਚ ਇੱਕ ਕਾਲਮ ਲਿਖਿਆ ਕਰੋ, ਮੌਜੂਦਾ ਗੁਰਦੁਆਰਿਆਂ ਵਿੱਚ ਆ ਰਹੀਆਂ ਤਰੁੱਟੀਆਂ ਅਤੇ ਉਹਨਾਂ ਦਾ ਹੱਲ, ਵੀ ਹਰ ਮਹੀਨੇ ਲਿਖਿਆ ਕਰੋ ਅਤੇ ਅਸੀਂ ਉਹ ਰਸਾਲੇ 'ਚ ਛਾਪਿਆ ਕਰੀਏ ਵੀ ਗੁਰਦੁਆਰਿਆਂ ਦੇ ਵਿੱਚ ਕਿਹੜੀਆਂ ਕਿਹੜੀਆਂ ਕਮੀਆਂ ਪੇਸ਼ੀਆਂ ਆ ਰਹੀਆਂ ਨੇ ਅਤੇ ਉਹਨਾਂ ਦਾ ਅਸੀਂ ਕਿੱਦਾਂ ਹੱਲ ਕਰ ਸਕਦੇ ਹਾਂ। ਮੈਂ ਉਹਨਾਂ ਨੂੰ ਮਨਾ ਕਰ ਦਿੱਤਾ ਵੀ ਨਹੀਂ ਜੀ ਮੈਂ ਨਹੀਂ ਲਿਖਣਾ। ਲਿਖ ਕੇ ਤੇ ਇੱਥੇ ਕਿਤਾਬਾਂ ਭਰੀਆਂ ਪਈਆਂ, ਲਾਇਬ੍ਰੇਰੀਆਂ ਭਰੀਆਂ ਪਈਆਂ ਨੇ। ਸਾਡੇ ਸਿੱਖ ਪੜ੍ਹਦੇ ਕਿੱਥੇ ਨੇ? ਪੜ੍ਹਦੇ ਤੇ ਇਹ ਮੂਲ ਮੰਤਰ ਦੇ ਅਰਥ ਵੀ ਨਹੀਂ। ਉਹ ਕਿੰਨੇ ਕੁ ਸਿੱਖ ਨੇ ਜਿਨ੍ਹਾਂ ਨੂੰ ਮੂਲ ਮੰਤਰ ਇੱਕ ਓਂਕਾਰ ਤੋਂ ਲੈ ਕੇ ਤੇ ਗੁਰਪ੍ਰਸਾਦ ਤੱਕ ਦੇ ਅਰਥ ਆਉਂਦੇ ਹੋਣਗੇ? ਮਸਾਂ 100 ਦੇ ਵਿੱਚੋਂ 20% ਹੋਣਗੇ, ਨਹੀਂ ਆਉਂਦੇ। ਪੜ੍ਹਨ ਦੀ ਤੇ ਸਾਡੇ 'ਚ ਰੁਚੀ ਵੀ ਖਤਮ ਹੋ ਗਈ ਆ। ਤਾਂ ਰਹੋ ਵਿਚਾਰ ਗੁਰੂ ਪਿਆਰਿਓ, ਨਿਸ਼ਾਨ ਸਾਹਿਬ ਦਾ ਮਤਲਬ ਇਹ ਹੁੰਦਾ ਵੀ ਅਗਰ ਕੋਈ ਲੋੜਵੰਦ, ਪਿਛਲੇ ਸਮੇਂ 'ਚ ਹੋਇਆ ਸੀ ਇੱਦਾਂ, ਉਦੋਂ ਮੈਂ ਇੱਥੇ ਨਵਾਂ ਹੀ ਆਇਆ ਸੀ ਅਤੇ ਸ਼ਾਮ ਜੀ ਦਾ ਸਮਾਂ 2 ਬੰਦੇ ਉਹ ਆਏ, ਕਹਿੰਦੇ ਜੀ ਅਸੀਂ ਇੱਥੇ ਰਾਤ ਰਹਿ ਸਕਦੇ ਹਾਂ? ਮੈਂ ਉਹਨਾਂ ਨੂੰ ਜਵਾਬ ਦੇ ਦਿੱਤਾ। ਮੈਂ ਨਵਾਂ ਆਇਆ ਸੀ, ਮੈਨੂੰ ਨਹੀਂ ਸੀ ਇੰਨਾ ਹਿਸਾਬ ਕਿਤਾਬ। ਮੈਂ ਕਿਹਾ ਮੈਨੂੰ ਬਹੁਤ ਮੁਸ਼ਕਿਲ ਆ। ਤਾਂ ਤੁਹਾਡੇ ਕੋਲ, ਉਹਨਾਂ ਕੋਲ ਗੱਡੀ ਸੀ। ਮੈਂ ਕਿਹਾ ਤੁਸੀਂ ਇਸ ਤਰ੍ਹਾਂ ਕਰੋ, ਇੱਥੇ ਲਾਗੇ ਹੀ ਸਾਡਾ ਦੂਸਰਾ ਗੁਰਦੁਆਰਾ ਸਾਹਿਬ ਆ ਚਰਨ ਕਮਲ ਬੰਗਾ, ਤੁਸੀਂ ਉੱਥੇ ਚਲੇ ਜਾਓ, ਨਾਲੇ ਤੁਹਾਨੂੰ ਉੱਥੇ ਪ੍ਰੋਪਰ ਸਰਾਂ ਮਿਲ ਜਾਏਗੀ, ਇਸ਼ਨਾਨ ਪਾਣੀ ਦਾ ਪ੍ਰਬੰਧ, ਨਾਲੇ ਤੁਹਾਨੂੰ ਛਕਣ ਵਾਸਤੇ ਲੰਗਰ ਮਿਲ ਜਾਏਗਾ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇੱਥੇ ਰੱਖ ਨਹੀਂ ਸਕਦਾ ਕਿਉਂਕਿ ਮੇਰੇ ਕੋਲ ਪੂਰਾ ਅਰੇਂਜ ਨਹੀਂ ਅਜੇ। ਦੂਸਰੀ ਗੱਲ, ਜੇ ਮੈਂ ਤੁਹਾਨੂੰ ਰੱਖ ਲਿਆ ਫਿਰ ਮੈਂ ਤੁਹਾਨੂੰ ਲੰਗਰ ਪ੍ਰਸ਼ਾਦਾ ਕਿਵੇਂ ਛਕਾਵਾਂਗਾ? ਫਿਰ ਮੈਂ ਕਿਹਦੇ ਘਰ ਫੋਨ ਕਰਾਂਗਾ ਵੀ ਭਾਈ ਫਲਾਨਾ ਸਿਆ, ਇੱਕ ਮੈਂ ਆ ਅਤੇ 2 ਬੰਦੇ ਹੋਰ ਆ ਗਏ ਆ, 3 ਲੋਕਾਂ ਦੇ ਵਾਸਤੇ ਲੰਗਰ ਤਿਆਰ ਕਰਕੇ ਲੈ ਆਇਓ। ਕਿਉਂਕਿ ਇੱਕ ਚੀਜ਼ ਵੇਖਣ ਵਿੱਚ ਆ ਰਹੀ ਆ, ਦਿਨੋਂ ਦਿਨ ਲੋਕਾਂ ਦੇ ਵਿੱਚ ਪ੍ਰੇਮ, ਮੁਹੱਬਤ, ਨੇੜਤਾ, ਸੇਵਾ ਭਾਵਨਾ ਇਤਿਆਦਿਕ ਇਹ ਚੀਜ਼ਾਂ ਜਿਹੜੀਆਂ ਘਟਦੀਆਂ ਜਾ ਰਹੀਆਂ ਵਾ। ਇਹ ਚੀਜ਼ਾਂ ਘਟਦੀਆਂ ਜਾ ਰਹੀਆਂ ਨੇ ਹੌਲੀ ਹੌਲੀ ਕਰਕੇ। ਮੈਂ ਚੰਡੀਗੜ੍ਹ ਵਿੱਚ ਵੇਖਿਆ, ਉੱਥੇ ਦੇ ਲੋਕੀ ਜਦੋਂ ਅਖੰਡ ਪਾਠ ਸਾਹਿਬ ਕਰਾਉਂਦੇ ਸੀ ਨਾ, ਅਖੰਡ ਪਾਠ ਸਾਹਿਬ ਪ੍ਰਸ਼ਾਦ ਵਰਤਾ ਦੋ ਸੇ, ਤਾਂ ਜਦੋਂ ਉਹ ਅਖੰਡ ਪਾਠ ਸਾਹਿਬ ਕਰਾਉਂਦੇ ਸੀ, ਕਈ ਉਹ ਲੋਕੀ ਕਰੋੜਾਂਪਤੀ ਸੀ, ਉਹਨਾਂ ਦੀਆਂ 3 ਮੰਜ਼ਲੀਆਂ ਕੋਠੀਆਂ, 3 ਮੰਜ਼ਲੀਆਂ, ਇੰਨਾ ਰੁਪਇਆ ਪੈਸਾ ਧਨ ਦੌਲਤ, ਕਿਸੇ ਚੀਜ਼ ਦੀ ਕਮੀ ਨਹੀਂ। ਅਤੇ ਮੈਂ ਉੱਥੇ ਕਹਿ ਲਓ ਵੀ ਹੈੱਡ ਗ੍ਰੰਥੀ ਦੀ ਸੇਵਾ ਨਿਭਾਉਂਦਾ ਸਾਂ। ਜਦੋਂ ਉਹਨਾਂ ਨੇ ਅਖੰਡ ਪਾਠ ਸਾਹਿਬ ਬੁੱਕ ਕਰਵਾਉਣ ਵਾਸਤੇ ਆਉਣਾ, ਉਹਨਾਂ ਨੇ ਨਾਲੇ ਮੈਨੂੰ ਕੁਝ ਗੱਲਾਂ ਪੁੱਛਣੀਆਂ ਵੀ ਭਾਈ ਸਾਹਿਬ ਇਹ ਦੱਸੋ ਵੀ ਜਿਹੜੇ ਉਹ ਪਾਠੀ ਸਿੰਘ ਨੇ ਉਹ ਫਿਰ ਰਾਤ ਸਾਡੇ ਘਰੇ ਰਹਿਣਗੇ? ਮੈਂ ਉਹਨਾਂ ਨੂੰ ਕਹਿਣਾ ਵੀ ਜਦੋਂ ਤੁਸੀਂ ਅਖੰਡ ਪਾਠ ਸਾਹਿਬ ਕਰਾਉਣਾ ਅਤੇ 2 ਪਾਠੀ ਤਾਂ ਤੁਹਾਡੇ ਘਰੇ ਰਹਿਣਗੇ ਨਾ। ਉਹਨਾਂ ਦਾ ਕਿਉਂ ਜਵਾਬ ਪਤਾ ਕੀ ਹੁੰਦਾ ਸੀ? ਨਹੀਂ ਜੀ ਅਸੀਂ ਆਪਣੇ ਘਰ ਵਿੱਚ ਰੱਖ ਨਹੀਂ ਸਕਦੇ।
ਇਹ ਇੰਨੇ ਲੋਕੀ ਰੁੱਖੇ ਹੋ ਗਏ ਸਾਡੇ ਜੀ। ਹੋਰ ਰਿਸ਼ਤੇਦਾਰ ਪ੍ਰਾਹੁਣੇ ਆਦਿਕ ਆਉਂਦੇ ਤੇ ਸਾਨੂੰ ਮੁਸ਼ਕਲ ਹੋ ਜਾਏਗੀ। ਤੇ ਤੁਸੀਂ ਗੁਰਦੁਆਰਾ ਸਾਹਿਬ ਹੀ ਰੱਖ ਲਿਓ, ਇੱਥੋਂ ਡਿਊਟੀਆਂ ਲਾਉਣ ਸਾਡੇ ਘਰ ਆ ਜਾਣਗੇ। ਉਹ ਵਿਚਾਰੇ ਕਿ ਬਜ਼ੁਰਗ ਪਾਠੀ ਕੋ ਕਿਵੇਂ ਦਾ, ਉਹਨਾਂ ਵਿਚਾਰਿਆਂ ਨੇ ਰਾਤ 12 ਵਜੇ ਰਾਤ 2 ਵਜੇ ਸਾਈਕਲ ਚਲਾ ਕੇ ਕਦੇ ਕਿਸੇ ਸੈਕਟਰ 'ਚ ਕਦੇ ਕਿਸੇ ਸੈਕਟਰ 'ਚ ਗੁਰਦੁਆਰਾ ਸਾਹਿਬ ਦੇ ਵਿੱਚੋਂ ਡਿਊਟੀਆਂ ਲਾਉਣ ਵਾਸਤੇ ਲੋਕਾਂ ਦੇ ਘਰਾਂ 'ਚ ਜਾਣਾ। ਭਾਵ ਇਵੇਂ ਦੇ ਲੋਕ ਜਿਹੜੇ ਕਹਿੰਦੇ ਵੀ ਅਖੰਡ ਪਾਠ ਸਾਹਿਬ ਘਰ 'ਚ ਕਰਾਉਣਾ ਵਾ, ਪਰ ਅਸੀਂ ਉਹ ਜਿਹੜੇ ਪਾਠੀ ਆ ਉਹਨਾਂ ਨੂੰ ਅਸੀਂ ਆਪਣੇ ਘਰ 'ਚ ਰਾਤ ਵੀ ਨਹੀਂ ਰੱਖ ਸਕਦੇ। ਇੱਕ ਹੋਰ ਦੂਸਰਾ ਸਵਾਲ, ਭਾਈ ਸਾਹਿਬ ਜੀ ਫਿਰ ਜਿਹੜੇ ਉਹ ਅਖੰਡ ਪਾਠ ਸਾਹਿਬ ਜਦੋਂ ਕਰਾਵਾਂਗੇ ਤੇ ਜਿਹੜੇ ਪਾਠੀ ਸਿੰਘ ਨੇ ਉਹਨਾਂ ਨੂੰ ਫਿਰ ਲੰਗਰ ਵੀ ਛਕਾਉਣਾ ਪਏਗਾ। ਹੈਰਾਨ ਕਰ ਦੇਣ ਵਾਲੇ ਸਵਾਲ ਵੀ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਜਦੋਂ ਤੁਸੀਂ ਆਪਣੇ ਘਰ 'ਚ ਅਖੰਡ ਪਾਠ ਰਖਵਾ ਲਿਆ ਤੇ ਜਿਹੜੇ 5 ਸਿੰਘ ਤੁਹਾਡੇ ਘਰ ਪਾਠ ਕਰਨਗੇ, ਲੰਗਰ ਤੇ ਉਹਨਾਂ ਨੂੰ 2-3 ਟਾਈਮ ਛਕਾਉਣਾ ਹੀ ਪਏਗਾ ਨਾ। ਫਿਰ ਉਹਨਾਂ ਦਾ ਜਵਾਬ ਕੀ ਹੋਣਾ? ਭਾਈ ਸਾਹਿਬ ਜੀ ਉਹ ਅਖੰਡ ਪਾਠ ਸਾਹਿਬ ਦੀ ਭੇਟਾ ਕਿੰਨੀ ਆ? ਮੈਂ ਕਹਿਣਾ ਜੀ ਜਿੰਨੀ ਵੀ 7100 ਇੰਨੀ ਹੈ, ਜਿੰਨੀ ਵੀ 8100 ਹੌਲੀ ਹੌਲੀ ਵੱਧਦੀ ਗਈ 7100 ਆ। ਉਹਨਾਂ ਨੇ ਕਹਿਣਾ ਜੀ ਅਸੀਂ ਤੁਹਾਨੂੰ ਰੁਪਈਆ 3000 ਦੇ ਦਿਆਂਗੇ ਵੱਧ, ਪਰ ਅਸੀਂ ਪਾਠੀ ਸਿੰਘਾਂ ਨੂੰ ਲੰਗਰ ਨਹੀਂ ਛਕਾ ਸਕਦੇ। ਲੰਗਰ ਭਾਈ ਸਾਹਿਬ ਉਹ ਢਾਬੇ ਤੋਂ ਨਹੀਂ ਛਕ ਸਕਦੇ। ਲੰਗਰ ਢਾਬੇ ਤੋਂ ਛਕ ਲੈਣ, ਅਸੀਂ ਉਹ ਪੇ ਕਰ ਦਿਆਂਗੇ, ਉਹਦੇ ਪੈਸੇ ਦੇ ਦਿਆਂਗੇ। ਕਹਿਣ ਦਾ ਭਾਵ ਵੀ ਇਹੋ ਜਿਹਾ ਸਾਧ ਸੰਗਤ ਜੀ ਸਮਾਂ ਸਾਡੇ ਉੱਤੇ ਆ ਰਿਹਾ। ਨਿਸ਼ਾਨ ਸਾਹਿਬ ਦਾ ਮਤਲਬ ਹੈਗਾ ਵਾ ਇੱਥੇ ਤੁਹਾਨੂੰ ਰਾਤ ਰਹਿਣ ਵਾਸਤੇ ਥਾਂ ਮਿਲ ਜਾਵੇ। ਨਿਸ਼ਾਨ ਸਾਹਿਬ ਦਾ ਮਤਲਬ ਹੈਗਾ ਵੀ ਇੱਥੇ ਆਏ ਗਏ ਲੋੜਵੰਦ ਨੂੰ ਛਕਣ ਵਾਸਤੇ ਪ੍ਰਸ਼ਾਦਾ ਮਿਲ ਜਾਵੇ। ਹੁਣ ਅਸੀਂ ਆਪਣੇ ਹਿਰਦੇ ਵਿੱਚ ਝਾਤੀ ਮਾਰ ਕੇ ਵੇਖੀਏ ਵੀ ਕੀ ਅਸੀਂ ਐਵੇਂ ਦਾ ਅਰੇਂਜ ਕਰਦੇ ਹਾਂ? ਜੇ ਆਪਾਂ ਕੋਸ਼ਿਸ਼ ਕਰਿਆ ਕਰੀਏ ਜਿਵੇਂ ਗਜ਼ਾ ਇਤਿਆਦਿਕ ਗਜ਼ਾ ਡਾਲੀ ਇਤਿਆਦਿਕ ਕਰਦੇ ਆ, ਵੀ ਜੇ ਆਪਾਂ ਵੈਸੇ ਹੀ ਗੁਰਦੁਆਰਾ ਸਾਹਿਬ ਜਦੋਂ ਤੁਸੀਂ ਭੋਜਨ ਪ੍ਰਸ਼ਾਦਾ ਤਿਆਰ ਕਰਦੇ ਹੋ ਉਦੋਂ ਜੇ ਤੁਸੀਂ 2-2 ਪ੍ਰਸ਼ਾਦੇ ਵੀ ਆਪਣੇ ਬੱਚਿਆਂ ਦੇ ਰਹੇ ਗੁਰਦੁਆਰਾ ਸਾਹਿਬ ਭੇਜੋ। ਇੱਥੇ ਹਰ ਸਮੇਂ ਲੰਗਰ ਪ੍ਰਸ਼ਾਦਾ ਪਿਆ ਹੋਵੇ, ਕੋਈ ਆਉਂਦਾ ਜਾਂਦਾ ਕੋਈ ਗਰੀਬ ਗੁਰਬਾ ਲੋੜਵੰਦਾ ਕਵੇ ਵੀ ਭਾਈ ਸਾਹਿਬ ਮੈਨੂੰ ਲੰਗਰ ਛਕਾ ਦਿਓ, ਤੇ ਆਪਾਂ ਉਹਨੂੰ ਛਕਾ ਸਕਦੇ ਹੋਈਏ। ਤੇ ਜੇ ਕੋਈ ਬੰਦਾ ਅੰਦਰਾਸਾ ਚਲਿਆ ਜਾਵੇ, ਇਹਦੇ ਵਿੱਚ ਕੀ ਫਾਇਦਾ ਸਾਡਾ ਲੱਖਾਂ ਰੁਪਏ ਲਾ ਕੇ ਬਿਲਡਿੰਗਾਂ ਬਣਾਉਣ ਦਾ? ਬਿਲਡਿੰਗਾਂ ਇਮਾਰਤਾਂ ਨੇ ਕੁਛ ਨਹੀਂ ਦੇਣਾ। ਗੱਲ ਇਹ ਵੀ ਅਸੀਂ ਕਰਦੇ ਇੱਥੋਂ ਕਿਸੇ ਨੂੰ ਗੁਰਬਾਣੀ ਦੀ ਸਮਝ ਆਵੇ। ਕੋਈ ਦਿਨੇ ਦੁਪਹਿਰੇ ਕੋਈ ਨਿਆਣੇ ਤੁਹਾਡੇ ਬੱਚੇ ਆਉਣ, ਉਹ ਇੱਥੇ ਆਣ ਕੇ ਪਾਠ ਸਿੱਖਣ, ਕੋਈ ਜਪਜੀ ਸਾਹਿਬ ਦਾ ਪਾਠ ਸਿੱਖੇ। ਗੁਰਦੁਆਰੇ ਸਾਹਿਬ ਜਿਹੜੇ ਇਹਨਾਂ ਕੰਮਾਂ ਵਾਸਤੇ ਸੀ, ਗੁਰਦੁਆਰੇ ਵਿੱਚ ਲਾਇਬ੍ਰੇਰੀ ਹੋਵੇ, ਇੱਥੇ ਧਾਰਮਿਕ ਕਿਤਾਬਾਂ ਹੋਣ, ਇੱਥੇ ਕੋਈ 2-4 ਅਖਬਾਰਾਂ ਆਉਂਦੀਆਂ ਹੋਣ, ਤੁਹਾਡੇ ਬੱਚੇ ਕੋਈ ਬਜ਼ੁਰਗ ਵੱਡਾ ਸਾਰਾ ਤਖਤ ਪੋਸ਼ ਇੱਥੇ ਡਿੱਠਾ ਹੋਵੇ, ਉਹਦੇ ਵਿੱਚ ਆਉਂਦੇ ਜਾਂਦੇ ਬੱਚੇ ਬਜ਼ੁਰਗ ਆਣ ਕੇ ਬੈਠਣ, ਉਹ ਪੜ੍ਹਨ, ਉਹਨਾਂ ਦੇ ਗਿਆਨ 'ਚ ਵਾਧਾ ਹੋਵੇ। ਕੋਈ ਕਿਤਾਬਾਂ ਰਸਾਲੇ ਉਹ ਬੈਠ ਕੇ ਸੰਗਤਾਂ ਪੜ੍ਹਨ। ਇਹ ਮੈਂ ਪਾਕਪਟਨ ਵੇਖਿਆ ਸੀ, ਪਾਕਪਟਨ ਪਾਕਿਸਤਾਨ ਦੇ ਵਿੱਚ ਸੰਨ 2004 'ਚ। ਉੱਥੇ ਬਹੁਤ ਸਾਰੇ ਨੌਜਵਾਨ ਕੁਰਾਨ ਸ਼ਰੀਫ ਪੜ੍ਹਨ ਵਾਸਤੇ ਆਉਂਦੇ ਸੀ। ਐਵੇਂ ਦੇ ਕੰਮ ਹੋਣੇ ਚਾਹੀਦੇ। ਗੁਰਬਾਣੀ ਸਿੱਖਣ ਵਾਲੇ ਨੂੰ ਇੱਥੇ ਗੁਰਬਾਣੀ ਸਿੱਖਣ ਨੂੰ ਮਿਲਦੀ ਹੋਵੇ। ਲੰਗਰ ਛਕਣ ਵਾਲਾ ਜੇ ਕੋਈ ਆਸ ਲੈ ਕੇ ਆਵੇ ਉਹਨੂੰ ਉੱਥੇ ਲੰਗਰ ਛਕਣ ਵਾਸਤੇ ਮਿਲਦਾ ਹੋਵੇ। ਈਵਨ ਇੱਥੋਂ ਤੱਕ ਵੀ ਜੇ ਕੋਈ ਬੰਦਾ ਬਿਮਾਰ ਆ, ਉਹਦੇ ਕੋਲ ਪੈਸੇ ਹੈ ਨਹੀਂ ਵੀ ਮੈਂ ਦਵਾਈ ਕਿੱਥੋਂ ਲੈਣੀ ਆ, ਉਹਨੂੰ ਗੁਰਦੁਆਰੇ ਦੇ ਵਿੱਚੋਂ ਮਾੜੀ ਮੋਟੀ ਦਵਾਈ ਵੀ ਮਿਲਦੀ ਹੋਵੇ। ਗੁਰਦੁਆਰੇ ਦੇ ਅਰਥ ਨੇ ਇੱਥੇ ਫਸਟ ਏਡ ਦਾ ਪ੍ਰਬੰਧ ਹੋਣਾ ਚਾਹੀਦਾ ਵਾ ਵੀ ਜੇ ਕੋਈ ਗਰੀਬ ਗੁਰਬਾ ਬੰਦਾ ਉਹਨੂੰ ਮੰਨ ਲਓ ਕਿਸੇ ਬੱਚੇ ਨੂੰ ਸੱਟ ਪੇਟ ਲੱਗ ਜੇ ਤੇ ਮਾੜਾ ਮੋਟਾ ਜਿਹੜਾ ਉਹਦਾ ਇਲਾਜ ਕੀਤਾ ਜਾ ਸਕਦਾ ਹੋਵੇ, ਕੋਈ ਪੱਟੀ ਕੀਤੀ ਜਾ ਸਕਦੀ ਹੋਵੇ, ਕਿਸੇ ਨੂੰ ਬੁਖਾਰ ਹੋਵੇ ਉਹਨੂੰ ਗੋਲੀ ਦਿੱਤੀ ਜਾ ਸਕਦੀ ਹੋਵੇ। ਕਹਿਣ ਦਾ ਭਾਵ ਵੀ ਗੁਰਦੁਆਰੇ ਇਹ ਸਾਰੀਆਂ ਹੀ ਸੇਵਾਵਾਂ ਪਬਲਿਕ ਨੂੰ ਪ੍ਰੋਵਾਈਡ ਕਰਦੇ ਨੇ, ਪਰ ਸਾਡੇ ਕੋਲ ਬਸ ਇਮਾਰਤਾਂ ਰਹਿ ਗਈਆਂ, ਨਿਸ਼ਾਨ ਸਾਹਿਬ ਰਹਿ ਗਏ। ਅਸੀਂ ਵੱਡੇ ਵੱਡੇ ਨਿਸ਼ਾਨ ਸਾਹਿਬ ਚੜ੍ਹਾ ਦਿੰਦੇ ਹਾਂ, ਸਾਰਾ ਕੰਮ ਕਰ ਦਿੰਦੇ ਹਾਂ, ਅਤੇ ਜੇ ਕੋਈ ਆਵੇ ਨਹੀਂ ਜੀ ਸਾਡੇ ਕੋਲ ਨਹੀਂ ਹੈ ਜੀ ਕੁਛ ਜੀ, ਇੱਥੇ ਨਹੀਂ ਜੀ ਰਾਤ ਰਿਹਾ ਜਾ ਸਕਦਾ ਜੀ, ਇੱਥੇ ਸਾਡੇ ਕੋਲ ਨਹੀਂ ਜੀ ਛਕਣ ਵਾਸਤੇ ਲੰਗਰ ਜੀ, ਤੁਸੀਂ ਉਹ ਫਲਾਣੇ ਜੀ ਟਾਹਲੀ ਸਾਹਿਬ ਚੱਲ ਜਾਓ ਜੀ। ਇਹ ਕੋਈ ਗੱਲਾਂ ਨੇ? ਇਹਨਾਂ ਗੱਲਾਂ ਵੱਲ ਸਾਨੂੰ ਧਿਆਨ ਦੇਣਾ ਪੈਣਾ, ਤਾਂ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਾਂਗੇ। ਲਾਸਟ ਵਿੱਚ ਮੈਂ ਇੱਕ ਬਚਨ ਸੁਣਾ ਕੇ ਕਰਾਂ ਸਮਾਪਤੀ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਗਏ ਏਮਨਾਬਾਦ। ਏਮਨਾਬਾਦ ਪਿੰਡ ਦਾ ਨਾਮ ਸੀ ਸੈਦਪੁਰ। ਉੱਥੇ ਭਾਈ ਮਰਦਾਨਾ ਜੀ ਨੇ ਕਿਹਾ ਵੀ ਸਤਿਗੁਰੂ ਜੀ ਭੁੱਖ ਲੱਗੀ ਆ ਅਤੇ ਕੁਝ ਛਕੀਏ। ਗੁਰੂ ਸਾਹਿਬ ਜੀ ਨੇ ਕਿਹਾ ਵੀ ਇਹ ਪਿੰਡ ਵਿੱਚ ਵੇਖ ਕਿੰਨੀਆਂ ਅਟਾਰੀਆਂ ਨੇ। ਅਟਾਰੀਆਂ ਦਾ ਮਤਲਬ ਹੁੰਦਾ ਕਿੰਨੀਆਂ ਕੋਠੀਆਂ, ਕਿੰਨੇ ਮਕਾਨ ਨੇ, ਜਾਂ ਇਹਨਾਂ ਲੋਕਾਂ ਦੇ ਕੋਲੋਂ ਕੁਝ ਲੈ ਆ। ਭਾਈ ਮਰਦਾਨਾ ਪਿੰਡ 'ਚ ਗਿਆ।
ਉਹ ਲੋਕੀ ਕਹਿਣ ਲੱਗੇ ਵੀ ਭਾਈ ਮਰਦਾਨਾ ਜੀ ਨੇ ਕਿਹਾ ਜੀ ਭੁੱਖ ਲੱਗੀ ਆ, ਕੁਝ ਛਕਾਓ। ਉਹ ਲੋਕੀ ਕਹਿਣ ਲੱਗੇ ਵੀ ਤੁਸੀਂ ਤੇ ਪਖੰਡੀ ਫੜਿਆ ਜੀ, ਘਰ ਬਾਹਰ ਛੱਡ ਕੇ ਸਾਧੂ ਮਹਾਤਮਾ ਬਣ ਗਏ ਹੋ ਤੇ ਸਾਡੇ ਤੇ ਤੁਸੀਂ ਬੋਝ ਪਾਇਆ, ਅਸੀਂ ਤੁਹਾਨੂੰ ਰੋਜ਼-ਰੋਜ਼ ਕਿੱਥੋਂ ਛਕਾਈਏ। ਅਪਸ਼ਬਦ ਬੋਲ ਦਿੱਤੇ, ਮਾੜੇ ਸ਼ਬਦ ਬੋਲ ਦਿੱਤੇ। ਭਾਈ ਮਰਦਾਨਾ ਵਾਪਸ ਆ ਗਿਆ। ਭਾਈ ਗੁਰੂ ਸਾਹਿਬ ਨੇ ਪੁੱਛਿਆ ਕਿਵੇਂ ਭਾਈ ਮਰਦਾਨੇ? ਸਤਿਗੁਰੂ ਸੱਚੇ ਪਾਤਸ਼ਾਹ ਜੀ ਲੋਕੀ ਰੁੱਖੇ ਨੇ, ਉਹਨਾਂ ਨੇ ਮੈਨੂੰ ਖਾਣ ਵਾਸਤੇ ਤੇ ਕੀ ਦੇਣਾ, ਮੈਨੂੰ ਅੱਗੇ ਅਪਸ਼ਬਦ ਬੋਲੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਕੋਈ ਗੱਲ ਨਹੀਂ। ਇੰਨੇ ਚਿਰ ਨੂੰ ਕੀ ਹੋਇਆ ਵੀ 1-2 ਦਿਨ ਲੰਘੇ, ਪਿੰਡ ਦੇ ਉੱਤੇ ਬਾਬਰ ਨੇ ਹਮਲਾ ਕਰ ਦਿੱਤਾ। ਉਹਨਾਂ ਨੇ ਬਾਬਰ ਨੇ ਲੋਕਾਂ ਨੂੰ ਬੜਾ ਮਾਰਿਆ ਕੁੱਟਿਆ। ਉਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 4 ਸ਼ਬਦ ਲਿਖੇ ਨੇ ਵੀ ਐਮਨਾਬਾਦ ਦੇ ਵਿੱਚ ਕੀ ਕੁਝ ਹੋਇਆ। ਉਹਨਾਂ ਦੀ ਵਿਆਖਿਆ ਆਲਰੇਡੀ ਮੈਂ ਕਰਕੇ ਮੇਰੇ YouTube ਚੈਨਲ 'ਤੇ ਪਈ, ਕਿਸੇ ਨੇ ਸੁਣਨੀ ਹੋਵੇ ਤਾਂ ਘਰੇ ਬਹਿ ਕੇ ਸੁਣ ਲਿਓ ਵੀ ਕੀ ਕੁਝ ਹੋਇਆ ਸੀ ਉੱਥੇ। ਬੜੀ ਮਾਰ ਕੁੱਟ ਪਈ, ਬੜੇ ਲੋਕੀ ਰੋਏ ਕੁਰਲਾਏ। ਅਤੇ ਭਾਈ ਲਾਲੋ ਗੁਰੂ ਨਾਨਕ ਸਾਹਿਬ ਕੋਲ ਆਇਆ, ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਇਹ ਪਿੰਡ ਦੇ ਲੋਕੀ ਸਾਰੇ ਤਾਂ ਮਾੜੇ ਨਹੀਂ ਸੀ, ਕਈ ਲੋਕੀ ਤਾਂ ਬਹੁਤ ਚੰਗੇ ਸੀ, ਫਿਰ ਸਾਰਿਆਂ ਨੂੰ ਮਾਰ ਕਿਉਂ ਪਈ, ਸਾਰਿਆਂ ਦਾ ਬਹੁਤ ਬੁਰਾ ਹਾਲ ਕਿਉਂ ਹੋਇਆ? ਗੁਰੂ ਸਾਹਿਬ ਜੀ ਨੇ ਕਿਹਾ ਨਹੀਂ, ਬਸ ਇਸ ਤਰ੍ਹਾਂ ਹੀ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਹੈ। ਭਾਈ ਮਰਦਾਨੇ ਨੇ ਵੀ ਕਿਹਾ ਵੀ ਸੱਚੇ ਪਾਤਸ਼ਾਹ ਨਹੀਂ, ਜਿਹੜੇ ਮਾੜੇ ਸੀ, ਜਿਹੜੇ ਭੈੜੇ ਸੀ, ਉਹਨਾਂ ਦਾ ਬੁਰਾ ਹਾਲ ਹੁੰਦਾ, ਜਿਹੜੇ ਚੰਗੇ ਲੋਕ ਸੀ ਉਹਨਾਂ ਨੂੰ ਵੀ ਬੜੀ ਕੁੱਟਮਾਰ ਪਈ ਆ। ਭਾਈ ਮਰਦਾਨਾ ਬੈਠਾ ਸੀ ਅਤੇ ਇੰਨੇ ਚਿਰ ਨੂੰ ਨਾ ਭਾਈ ਮਰਦਾਨਾ ਜੀ ਦੀ ਲੱਤ ਦੇ ਉੱਤੇ ਇੱਕ ਕੱਕੀ ਕੀੜੀ ਲੜ ਗਈ। ਉਹ ਕੱਕੇ ਰੰਗ ਦੀ ਕੀੜੀ ਹੁੰਦੀ, ਭੂਰੀ ਜੀ, ਅਤੇ ਬਹੁਤ ਜ਼ਹਿਰੀਲੀ ਹੁੰਦੀ, ਉਹ ਲੜ ਗਈ। ਜਦੋਂ ਪਿਆ ਸਾੜ ਲੱਤ 'ਤੇ ਭਾਈ ਮਰਦਾਨਾ ਜੀ ਨੇ ਇਸ ਤਰ੍ਹਾਂ ਕਰਕੇ ਹੱਥ ਮਾਰਿਆ ਧਰਤੀ ਦੇ ਉੱਤੇ। ਕਿੰਨੀਆਂ ਕੀੜੀਆਂ ਮਾਰ ਦਿੱਤੀਆਂ? 10-15। ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ ਕੀੜੀਆਂ ਇੰਨੀਆਂ ਕਿਉਂ ਮਾਰੀਆਂ? ਭਾਈ ਮਰਦਾਨਾ ਕਹਿਣ ਲੱਗਿਆ ਜੀ ਮੇਰੇ ਲੜ ਗਈ ਸੀ ਤਾਂ ਕਰਕੇ। ਗੁਰੂ ਸਾਹਿਬ ਨੇ ਕਿਹਾ ਵੀ ਕੀੜੀ ਤੇ ਤੇਰੇ ਇੱਕ ਲੜੀ ਹੋਣੀ ਆ, ਅਤੇ ਬਾਕੀ ਜਿਹੜੀਆਂ 14 ਮਾਰਤੀਆਂ 13 ਲੱਗ ਗਏ, ਉਹਨਾਂ ਦਾ ਕੀ ਕਸੂਰ ਆ? ਸਤਿਗੁਰੂ ਜੀ ਮੈਂ ਹੁਣ ਇੱਕ ਕੀੜੀ ਲੱਭਣੀ ਥੋੜ੍ਹੀ ਵੀ ਕਿਹੜੀ ਲੜੀ ਆ, ਮੈਨੂੰ ਕਿਹੜਾ ਲੱਭਣ ਲੱਗੀ ਹੁਣ, ਤਾਂ ਕਰਕੇ ਮੈਨੂੰ ਚੜ੍ਹਿਆ ਗੁੱਸਾ ਅਤੇ ਮੈਂ ਫਿਰ ਸਾਰੀਆਂ ਮਾਰ ਦਿੱਤੀਆਂ ਜਿੰਨੀਆਂ ਮੇਰੇ ਕੋਲੋਂ ਮਰੀਆਂ। ਗੁਰੂ ਸਾਹਿਬ ਨੇ ਕਿਹਾ ਬਸ ਇਸੇ ਤਰ੍ਹਾਂ ਹੀ ਪਿੰਡ ਦੇ ਵਿੱਚੋਂ ਕੁਝ ਲੋਕ ਭੈੜੇ ਸੀ, ਪਰ ਜਦੋਂ ਫਿਰ ਰੱਬ ਦੀ ਮਾਰ ਪਈ ਉਹਦੇ 'ਚ ਸਾਰੇ ਮਾਰੇ ਗਏ। ਤੋ ਰਹੋ ਵਿਚਾਰ, ਸਤਿਗੁਰੂ ਸੱਚੇ ਪਾਤਸ਼ਾਹ ਅੰਮ੍ਰਿਤ ਬਾਣੀ ਦੁਆਰਾ ਸਮਝਾਉਂਦੇ ਨੇ ਭਾਈ ਇਸ ਤਰ੍ਹਾਂ ਸਾਨੂੰ ਜਿਹੜੇ ਗੁਰਦੁਆਰੇ ਆ ਇਸ ਤਰ੍ਹਾਂ ਚੜ੍ਹਦੀ ਕਲਾ ਨਾਲ ਉਹਨਾਂ ਦੇ ਵਿੱਚੋਂ ਸਾਨੂੰ ਜਿਹੜੀਆਂ ਉਹ ਸੇਵਾਵਾਂ ਮਿਲਣੀਆਂ ਚਾਹੀਦੀਆਂ, ਅਸੀਂ ਲੋੜਵੰਦਾਂ ਗਰੀਬ ਗੁਰਬਿਆਂ ਦੀ ਮਦਦ ਕਰ ਸਕਦੇ ਹੋਈਏ। ਅਤੇ ਜਿਵੇਂ ਤੁਹਾਨੂੰ ਪਤਾ ਵੀ ਇੱਥੇ ਵੀ ਸਿੰਘ ਬਦਲਦੇ ਰਹਿੰਦੇ ਆ, ਕਦੇ ਮੇਰੀ ਡਿਊਟੀ ਲੱਗ ਗਈ। ਮੈਂ ਇੱਥੇ ਤਾਂ ਕਰਕੇ ਜ਼ਿਆਦਾ ਸਮਾਂ ਲੰਘਾ ਰਿਹਾ ਕਿਉਂਕਿ ਮੈਂ ਕਰਨਾ ਸਹਿਜ ਪਾਠ। ਮੇਰੀ ਇੱਛਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਸਹਿਜ ਪਾਠ ਜਿਹੜਾ ਰਿਕਾਰਡ ਕਰਕੇ ਅਤੇ ਉਹ YouTube 'ਤੇ ਅਪਲੋਡ ਕਰਦੇ ਹਾਂ, ਅਤੇ ਨਾਲੇ ਆਪ ਆਨੰਦ ਮਾਣਾ ਅਤੇ ਨਾਲੇ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਆਨੰਦ ਲੈ ਸਕਣ। ਤਾਂ ਕਰਕੇ ਮੈਂ ਇੱਧਰ ਜ਼ਿਆਦਾ ਪ੍ਰੈਫਰੈਂਸ ਦਿੰਦਾ ਵੀ ਇੱਥੇ ਮੈਂ ਸੇਵਾ ਕਰਾਂ, ਨਹੀਂ ਤਾਂ ਸੇਵਾ ਮੈਨੂੰ ਬੰਗੇ ਵੀ ਕਹਿੰਦੇ ਵੀ ਉੱਥੇ ਨਿਭਾਈ ਚੱਲ ਕਥਾ ਇਤਿਆਦਿਕ ਦੀ। ਰਹੋ ਵਿਚਾਰ, ਇੱਥੇ ਸਿੰਘ ਤੁਹਾਨੂੰ ਪਤਾ ਬਦਲਦੇ ਰਹਿੰਦੇ, ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ। ਆਪਾਂ ਨੂੰ ਵੀ ਚਾਹੀਦਾ ਵੀ ਜਿਵੇਂ ਨਾ ਕਈ ਸ਼ਹਿਰਾਂ ਦੇ ਵਿੱਚ ਇੱਕ ਲਿਸਟ ਬਣੀ ਹੁੰਦੀ ਆ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ, ਉਹ ਕੜਾਹ ਪ੍ਰਸ਼ਾਦ ਦੀ ਲਿਸਟ ਬਣੀ ਹੁੰਦੀ ਆ ਵੀ ਅੱਜ ਉਹਨਾਂ ਲੋਕਾਂ ਨੇ ਸੇਵਾ ਲਈ ਹੁੰਦੀ ਆ ਵੀ ਭਾਈ ਜੀ ਹਰ 4 ਮਹੀਨੇ ਦੀ ਹਰ 4 ਤਰੀਕ ਨੂੰ ਕੜਾਹ ਪ੍ਰਸ਼ਾਦ ਦੀ ਸੇਵਾ ਸਾਡੀ, ਕਿਸੇ ਨੇ ਹਰ 8 ਤਰੀਕ ਨੂੰ ਜੀ ਸਾਡੇ ਪਰਿਵਾਰ ਵੱਲੋਂ। ਕਈ ਲੋਕ ਬਣਾ ਕੇ ਲੈ ਆਉਂਦੇ, ਕਈ ਲੋਕ ਰਸਦ ਦੇ ਦਿੰਦੇ। ਇਹ ਸਿਰਫ ਇੱਕ ਐਗਜ਼ਾਮਪਲ ਆ, ਇਹ ਸਿਰਫ ਇੱਕ ਉਦਾਹਰਨ ਆ। ਇਸੇ ਤਰ੍ਹਾਂ ਸਾਡੇ ਕੋਲ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਲਿਸਟ ਬਣੀ ਹੋਣੀ ਚਾਹੀਦੀ, ਉਹਦੇ 'ਤੇ 1 ਤੋਂ ਲੈ ਕੇ 31 ਤਰੀਕਾਂ ਲਿਖੀਆਂ ਹੋਣ, ਉਹਦੇ 'ਚ ਪਤਾ ਹੋਵੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਜਿਹੜਾ ਲੰਗਰ 2 ਟਾਈਮ ਸਵੇਰ ਸ਼ਾਮ ਭੇਜਣ ਦੀ ਜ਼ਿੰਮੇਵਾਰੀ ਕਿਹੜੇ ਪਰਿਵਾਰ ਦੀ ਆ। ਉਹ ਕਈ ਵਾਰੀ ਨਵੇਂ ਬੰਦੇ ਵੀ ਆ ਜਾਂਦੇ, ਉਹ ਵਿਚਾਰੇ ਆਲੇ ਦੁਆਲੇ ਵੇਂਦੇ ਰਹਿੰਦੇ ਵੀ ਹੁਣ ਕੀ ਪਕਾਈਏ ਅਤੇ ਕੀ ਖਾਈਏ। ਤਾਂ ਕਰਕੇ ਭਾਈ ਇਹ ਵੀ ਜ਼ਿੰਮੇਵਾਰੀ ਸਾਨੂੰ ਸਮਝਣੀ ਚਾਹੀਦੀ ਆ। ਮੈਂ ਪੁਰਾਣਾ ਮੇਰੇ ਕੋਲ ਕੁਝ ਇੱਥੇ ਕਿਤਾਬਾਂ ਇਤਿਆਦਿਕ ਰਜਿਸਟਰ ਪਈਆਂ, ਉਹ ਪੁਰਾਣੇ ਗ੍ਰੰਥੀ ਸਾਹਿਬ ਨੇ ਵੀ ਇੱਕ ਰਜਿਸਟਰ ਦੇ ਉੱਤੇ ਕੁਝ ਕੁ ਨਾਂ ਲਿਖੇ ਸੀ ਵੀ ਫਲਾਣੇ, ਉਹ ਉੱਤੇ ਹੈਡਿੰਗ ਕੀ ਲਿਖਿਆ ਸੀ, ਲੰਗਰ ਛਕਾਉਣ ਵਾਲੇ ਪਰਿਵਾਰ। ਆ ਮੇਰੇ ਕੋਲ ਇੱਥੇ ਮਹਾਰਾਜ ਦੇ ਥੱਲੇ ਪੁਰਾਣਾ ਰਜਿਸਟਰ ਪਿਆ ਇੱਕ, ਉਹਦੇ 'ਤੇ ਫਿਰ ਥੱਲੇ ਨਾਂ ਲਿਖੇ ਸੀ, ਅੱਗੇ ਉਹਨਾਂ ਦੇ ਮੋਬਾਈਲ ਨੰਬਰ ਲਿਖੇ ਸੀ। ਉਹਨੂੰ ਕਰੀਏ ਮੋਡੀਫਾਈ, ਸਾਰੀਆਂ ਤਰੀਕਾਂ ਲਿਖ ਕੇ ਅਤੇ ਅੱਗੇ ਆਪੋ ਆਪਣੇ ਨਾਮ ਲਿਖਾ ਦਿਓ। ਜਿਹੜੇ ਪਰਿਵਾਰ ਦੀ ਕਪੈਸਿਟੀ ਆ, ਸਮਰੱਥਾ ਵਾ ਵੀ ਅਸੀਂ ਗੁਰਦੁਆਰਾ ਸਾਹਿਬ 'ਚ ਮਹੀਨੇ 'ਚ 2 ਵਾਰੀ ਲੰਗਰ ਭੇਜ ਸਕਦੇ ਹਾਂ, ਉਹ 2 ਵਾਰੀ ਭੇਜੋ, ਤਾਂ ਕਿ ਜਿਹੜੇ ਇੱਥੇ ਗੁਰਮੁਖ ਪਿਆਰੇ ਕੋਈ ਵੀ ਆਉਂਦੇ ਜਾਂਦੇ ਆ
ਉਹ ਗੁਰੂ ਕਾ ਲੰਗਰ ਛਕ ਸਕਣ। ਤੋ ਅੱਜ ਦੇ ਵਕਤ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ। ਜਿਹੜੀਆਂ ਸੰਗਤਾਂ ਰੂਟੀਨ 'ਚ, ਜਿਵੇਂ ਇਹ ਗੁਰਮੁਖ ਪਿਆਰੇ ਰੋਜ਼ ਵੇਖੋ ਇੱਥੋਂ ਦੁੱਧ ਦੀ ਸੇਵਾ ਕਰਦੇ, ਮੀਂਹ ਆਵੇ ਹਨੇਰੀ ਆਵੇ, ਮੈਨੂੰ ਉੱਥੇ ਕਈ ਮਹੀਨੇ ਹੋ ਗਏ ਆ ਵੇਖਦਿਆਂ। ਇਸ ਤਰ੍ਹਾਂ ਸਾਨੂੰ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਪੈਣੀਆਂ। ਕੋਈ ਬੀਬੀਆਂ ਆਣ ਕੇ ਰੂਟੀਨ 'ਚ ਝਾੜੂ ਹੀ ਮਾਰੀ ਜਾਂਦੀਆਂ, ਕੋਈ ਗੁਰਮੁਖ ਪਿਆਰੇ ਬਰਤਨਾਂ ਦੀ ਸੇਵਾ ਕਰ ਜਾਂਦੇ ਆ, ਕਈ ਪਾਰਕ ਦਾ ਧਿਆਨ ਰੱਖੀ ਜਾਂਦੇ। ਇਸ ਤਰ੍ਹਾਂ ਕੰਮ ਆਪਣੇ ਆਪ ਹੀ ਚੱਲਣੇ ਚਾਹੀਦੇ ਨੇ। ਤੋ ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫੀ। ਫਤਿਹ ਪ੍ਰਵਾਨੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ